ਕੀਤਾ ਮੇਰੀ ਬੇਟੀ ਦੇ ਨਾਲ। ਮੈਨੂੰ ਇਨਸਾਫ ਚਾਹੀਦਾ। ਮੈਨੂੰ ਫਾਂਸੀ ਦੇਣੇ ਚਾਹੀਦੇ, ਚਾਰੇ ਜੀ ਫਾਇ ਦੇਣੇ ਚਾਹੀਦੇ ਨੇ। ਖਾਦੀ ਸੀ ਖਰੇ ਕੀ ਕੌਣ ਖਾਦੀ ਸੀ, ਉਹ ਕੋਈ ਬੌਲ ਟੁੱਟ ਗਿਆ ਸੀ ਤੇ ਮੈਂ ਚਪੇੜਾ ਲੱਗਾ ਸਾਂ ਮਾਰਨ। ਮੈਂ ਬੇਟੀ ਨੂੰ ਮਿਲਣ ਤੇ ਚਫੇਰੇ ਬਹਿ ਜਾਂਦੀ, ਇੱਕ ਪਾਸੇ ਸੱਸ ਬਹਿ ਜਾਂਦੀ, ਨਨਾਣ ਬਹਿ ਜਾਂਦੀ ਸੀ, ਬੰਦਾ ਸਾਹਮਣੇ ਬਹਿੰਦਾ ਉਹ ਵਹਿੰਦੀ ਨਹੀਂ ਸੀ ਮੂੰਹ ਵਾਲੇ। ਨਾ ਚੌਂ ਜੀਆਂ ਨੇ ਮਾਰਿਆ ਮੇਰੀ ਧੀ ਨੂੰ, ਤਿੰਨਾਂ ਚੀਆਂ ਹੁੰਦੀ। ਮੇਰੀ ਧੀ ਦਾ ਗੁੱਟ ਵੀ टूटा है, ਉਂਗਲ भी टूटी है। अस्सलाम वालेकुम नाज़रीन, मैं हूं एडी मलक। अफसोसनाक वाक़या के साथ एक ऐसी बेटी की कहानी जिसे हम खुशियों के साथ जब हम बेटियों की शादी करते हैं और फिर जब हमारी बेटियां धोखेबाजों के हत्थे चढ़ जाती हैं, हमारी इन बेटियों के साथ जो जुल्म की दास्तानें रकम की जा रही हैं, लेकिन अफसोस के साथ ये कहना पड़ता है कि आज तक किसी भी बेटी के कातिल को कोई सज़ा नहीं मिल सकी। ये आज उस बेटी की कहानी है। यकीन करें कि मैं इस मासूम सी बेटी की वो तस्वीरें, वो उसके साथ होने वाला जुल्म, अगर आपको मुझे इजाज़त हो सोशल मीडिया पर दिखाने की, तो आप यकीनन अपने जज्बात पर काबू नहीं रख पाएंगे। ये इस कदर जुल्म की इंतहा की गई है। ये मरीदके में ऐसा अफसोसनाक वाक़या पेश आया कि एक 20 साला बेटी जिसकी तकरीबन 1 साल पहले शादी हुई और शादी के 1 महीने के बाद उन जालिमों ने बेटी को माँ बाप के साथ मिलने से रोक दिया। ये रिश्ता किस तरह से हुआ, शादी कैसे हुई, ये जालिम, ये जरिंदे ससुराली कौन थे जिन्होंने ये जुल्म की इंतहा कर दी। मेरे साथ मकतूला महरीन के वालिदा मौजूद है, उनके मज़ीद अजीज़ो अकारिब भी यहाँ पर मौजूद है। इनसे सारा वाक़या जानते हैं कि जब इनकी बेटी को कत्ल कर दिया और जिस तरह से अज़ियतनाक मौत दी गई, यकीन करें कि तारीख़ में ऐसा वाक़या मेरी नज़र में नहीं आता। आइए इनसे बात करते हैं और इनसे जानते हैं कि इनकी बेटी के ससुराल में किस तरह के हालात थे, ये लोग कौन थे, किस तरह से इनकी बेटी की शादी हुई। अस्सलाम वालेकुम मां जी। वालेकुम सलाम। मां जी थोड़ा उच्चा बोलो ते की होया सी बच्ची दे नाल ते कदों शादी कीती सी? साल हो गया पुत्र बेटी की शादी की ਨੂੰ। ਅਸੀਂ ਗਏ ਆ ਮਿਲਣ ਗਿਲਣ ਜਾਂਦੇ ਰਹੇ, ਕੋਈ ਨਾ ਕੋਈ ਜਾਂਦੇ ਸਾਨੂੰ ਅਲਾਮਾ ਦਿੰਦੇ ਰਹੇ ਨੇ, ਆਹ ਗੱਲ ਇਹਨੇ ਕਵਲੀ ਤੋੜ ਦਿੱਤੀ। ਮੈਂ ਚਪੇੜਾ ਨੂੰ ਲੱਗਾ ਸਾਂ ਮਾਰਨ, ਸਹੁਰਾ ਆਂਦਾ ਤੇ ਮੈਂ ਪੁੱਤਰ, ਮੈਂ ਭਰਾ ਮਾਰਨੇ ਤੂੰ ਪਿਓ ਸਾਂ। ਮੈਂ ਪਿਓ ਬਣ ਕੇ ਮੈਂ ਧੀ ਨੂੰ ਵਿਆਹ ਕੇ ਲਿਆਂਦਾ। ਮੈਂ ਆਖਿਆ ਸੀ ਮੈਂ ਦਾਬੂ ਕੋਈ ਨਹੀਂ, ਫੌਤ ਹੋ ਗਿਆ ਨਾ ਦਾਬੂ, ਅਸੀਂ ਮੈਂ ਨਾ ਦੱਬੂ ਬਣਾ, ਮੈਂ ਪਿਓ ਬਣਾ ਦਾ। ਮੈਂ ਅੱਛਾ ਭਾ ਤੂੰ ਪਿਓ ਬਣ ਕੇ ਵਹਾਵੀਂ। ਕਿ ਇਹ ਪਹਿਲੀ ਵਾਰ ਹੀ ਅਸੀਂ ਗਏ ਆ, ਮਹੀਨਾ ਹੋ ਗਿਆ, ਪਹਿਲੀ ਵਾਰ ਗਏ ਆ ਤੇ ਉਹਨੇ ਅਲਾਮਾ ਦੇਤਾ। ਇਹ ਮੇਰੇ ਕੋਲ ਕੱਲ ਚਪੇੜਾ ਲੱਗੀ ਸੀ ਖਾਣ। किन्ने कहा सी कि मेरे को चपेड़ा खान लगा? आख्या सहुरे ने, आख्या ਉਹਦੇ ससुराल ने, सहुरे ने आख्या। मैं भाजी मार लेंगे चपेड़ा, मैं प्यो भी मार लेंदे ने। मैं हस के मैं तुसीं पुछया नहीं, मैं तुसीं दस दिओ। ਇਹ ਕੱਲ ਏਡਾ ਨਾ ਇਹਨਾਂ ਖਾਦੀ ਸੀ ਆਈਸਕ੍ਰੀਮ, ਖਾਦੀ ਸੀ ਖਰੇ ਕੀ ਕੌਣ ਖਾਦੀ ਸੀ, ਉਹ ਕੋਈ ਬੌਲ ਟੁੱਟ ਗਿਆ ਸੀ ਤੇ ਮੈਂ ਚਪੇੜਾ ਲੱਗਾ ਸਾਂ ਮਾਰਨ। ਮਾਂ ਜੀ ਜੇ ਬਰਤਨ ਹੱਥ ਦੇ ਵਿੱਚੋਂ ਡਿੱਗ ਪਏ ਟੁੱਟ ਜਾਏ ਤੇ ਇਹਦੀ ਇਹ ਸਜ਼ਾ ਸੁਸਰ ਤੇ ਨਹੀਂ ਨਾ ਇਸ ਤਰ੍ਹਾਂ ਕਰ ਸਕਦਾ। ਮੈਂ ਤੂੰ ਪਿਓ ਸਾਂ ਮਾਰ ਲੈਂਦਾ ਚਪੇੜਾ। ਸ਼ੁਰੂ ਤੋਂ ਇਹ ਗੱਲ ਹੋਈ ਏ। ਅਸੀਂ ਉਹਨਾਂ ਦੇ ਘਰ ਗਏ, ਉਹਦੀ ਭੈਣ ਫੌਤ ਹੋ ਗਈ, ਅਫਸੋਸ ਕਰਨ ਵਾਸਤੇ ਗਏ ਆ। ਸਾਨੂੰ ਜਾਂਦੇ ਇਹ ਅਲਾਮਾ ਦੇਤਾ ਉਹਨੇ, ਸਹੁਰੇ ਨੇ ਲਾਮਾ ਦਿੱਤਾ ਤੁਹਾਨੂੰ? ਮੈਂ ਅਲਾਮਾ ਦੇਤਾ। ਜਿਹੜਾ ਤੁਹਾਡਾ ਦਮਾਦ ਸੀ ਉਹ ਕੀ ਕੰਮ ਕਰਦਾ ਸੀ, ਕੀ ਨਾਮ ਜੀ ਉਹਦਾ? ਉਹਦਾ ਨਾਮ ਹੈ ਬਲਾਜ ਅਲੀ ਤੇ ਉਹ ਲੱਗਾ ਹੈ ਚਲਾਨ ਕੱਟਣ ਚ ਲੱਗਾ ਹੈ। ਉਹ ਮੁਲਾਜ਼ਮਤ ਕਰਦਾ ਕਿਤੇ? ਹਾਂਜੀ। ਉਹਨੇ ਤੁਹਾਨੂੰ ਕੀ ਕਿਹਾ ਕਿ ਮੇਰੀ ਬੀਵੀ ਕਿਸ ਤਰ੍ਹਾਂ ਦੀ ਹੈ, ਜਾਂ ਉਹਦੇ ਬਾਰੇ ਦੇ ਚ ਉਹਨੇ ਕੋਈ ਤੁਹਾਨੂੰ ਦੱਸਿਆ ਕੁਝ? ਉਦੋਂ ਗਿਆ ਸੀ, ਘਰ ਕੋਲ ਨਹੀਂ ਸੀ ਉਸ ਟਾਈਮ ਹੈਗਾ, ਗਿਆ ਸੀ, ਬਾਅਦ ਚ ਆਇਆ ਫਿਰ। ਤੇ ਮੈਂ ਕਿਹਾ ਕਾਹ ਤੋਂ ਤੁਸੀਂ ਚਪੇੜਾ ਮਾਰ ਲੱਗੇ ਸੋ? ਇਹ ਇਸ ਤਰ੍ਹਾਂ ਨਾ ਬੌਲ ਟੁੱਟ ਗਿਆ, ਕੌਲੀ ਟੁੱਟ ਗਈ ਪਿਰ ਚ, ਤੇ ਮੈਂ ਤਾਂ ਆਦਾ ਆਖਿਆ। ਤੇ ਉਹਨੇ ਆਖਿਆ, ਮਹਰੀਨ ਬੀਬੀ ਨੇ ਇਹ ਕਿਹਾ ਹੈ ਵੀ ਅੱਬੂ ਜੀ ਚੱਲ ਟੁੱਟ ਗਈ ਨਾ, ਆ ਮੇਰੇ ਸ਼ੋਕੇ ਚ ਬਰਤਨ ਪਏ ਨੇ, ਇਹ ਕੱਢ ਕੇ ਲਾ ਲਓ। ਉਹਨੇ ਕਿਹਾ ਤੇਰ ਮੇਰ ਨਹੀਂ ਹੋਣੀ ਚਾਹੀਦੀ, ਆ ਤੇਰੀ ਸ਼ੈ ਤੇ ਮੇਰੀ ਸ਼ੈ। ਤੁਸੀਂ ਬੇਟੀ ਨੂੰ ਕੋਈ ਸਮਾਨ ਸਮੂਨ ਨਹੀਂ ਸੀ ਦਿੱਤਾ ਵੀ? ਹਾਂ ਪੁੱਤਰਾ ਮੇਰਿਆ 3 ਕਮਰੇ ਭਰੇ ਨੇ, 2 ਟਰੱਕ ਮੈਂ ਸਮਾਨ ਦੇ ਘੱਲੇ ਨੇ, 3 ਲੱਖ 3.5 ਲੱਖ ਦਾ ਫਰਨੀਚਰ ਬਣਿਆ ਮੈਂ ਦਿੱਤਾ ਹੈ। ਸੇਫਾਂ ਜਿਹੜੀਆਂ ਨੇ 50-50 ਹਜ਼ਾਰ ਦੀ ਸੇਫ ਆਈ, ਮੋਹ ਲੱਖ ਦੀਆਂ 2 ਸੇਫਾਂ ਘੱਲੀਆਂ ਬਿਸਤਰਿਆਂ ਵਾਸਤੇ ਤੇ ਕੱਪੜਿਆਂ ਵਾਸਤੇ, ਸੋਫੇ ਸਾਫੇ ਹਰ ਸ਼ੈ ਜੋ ਵੀ ਹੈਗਾ। LCD ਦਿੱਤੀ ਹੈ, ਮੋਟਰਸਾਈਕਲ ਦਿੱਤੀ ਹੈ, ਧੀ ਨੂੰ ਜ਼ੇਵਰ ਪਾਇਆ ਹੈ, ਜੋ ਬਰਤਨ ਸਮਾਨ ਸਭ ਮੈਂ ਦਿੱਤਾ। ਮੈਂ ਜਿਹੜਾ ਸਹੁਰਾ ਤੁਹਾਨੂੰ ਦੱਸਦਾ ਪਿਆ ਸੀ ਕਿ ਇੱਕ ਬਰਤਨ ਟੁੱਟਣ ਦੇ ਨਾਲ ਜਾਂ ਛੰਨੀ ਟੁੱਟਣ ਦੇ ਵਜ੍ਹਾ ਤੋਂ ਮੈਂ ਇਹਨੂੰ ਚਪੇੜਾ ਮਾਰਨ ਲੱਗਾ ਸੀ, ਹੋ ਸਕਦਾ ਤੁਸੀਂ ਉਹਨੂੰ ਕੋਈ ਸ਼ੈ ਨਹੀਂ ਸੀ ਦਿੱਤੀ ਵੀ? ਹੈਂ ਤੇ ਹਰ ਸ਼ੈ ਨੂੰ ਦੇ ਕੇ ਘੱਲਿਆ ਸੀ। ਧੀ ਨੂੰ ਆਖਿਆ, ਤਾਂ ਧੀ ਨੇ ਆਖਿਆ ਸੀ ਮੇਰੇ ਬਰਤਨ ਪਏ ਨੇ ਤੇ ਇਹ ਕੱਢ ਕੇ ਵਰਤ ਲਓ ਤੁਸੀਂ। ਹਾਂ ਜਾਂ ਤੂੰ ਆਖਿਆ ਤੇ ਆਖਿਆ ਕਿਉਂ ਆਖਿਆ? ਸਾਈਕਲ ਦਮਾਦ ਨੂੰ ਦਿੱਤੀ ਸੀ? ਮੋਟਰਸਾਈਕਲ ਦਮਾਦ ਨੂੰ ਦਿੱਤੀ ਸੀ।
ਹਰ ਸ਼ਹਿ ਦਿੱਤੀ, ਚੌਰੇ ਚੌਰੇ ਦੇ ਜੋੜੇ ਦਿੱਤੇ, 8 ਜੋੜੇ ਨੂੰ ਦਿੱਤੇ ਨੇ। ਤੇ ਬੱਚੀ ਤੁਹਾਨੂੰ ਮਿਲਣ ਨਹੀਂ ਸੀ ਆਉਂਦੀ ਵੀ ਘਰ? 2 ਵਾਰ ਆਈ ਮਿਲਣ। ਮੈਂ ਫੋਨ ਕੀਤਾ, ਮੈਂ ਤੀਰ ਮਕਲਾਵਾ ਤੋਰਿਆ, ਮੈਂ ਫੋਨ ਕੀਤਾ, ਮੈਂ ਧੀਏ 8 ਦਿਨ ਹੋ ਗਏ ਨੇ, ਮੈਂ ਤੈਨੂੰ ਲੈਣ ਆਵਾਂ? ਨਹੀਂ ਅੰਮੀ ਅਸੀਂ ਆਪੇ ਆਵਾਂਗੇ ਮਿਲਣ। ਅੰਮੀ ਤੂੰ ਨਾ। ਮੈਂ ਕਿਹਾ ਅੱਛਾ ਪੁੱਤਰ ਤੁਸੀਂ ਆ ਜਾਓ ਮਿਲਣ। ਆਏ ਨੇ, ਮਿਲ ਕੇ ਚਲੇ ਗਏ। ਸਾਰੇ ਜੀ ਘਰ ਦੇ ਆਏ ਨੇ, ਜਿੰਨੇ ਵੀ, ਸੱਸ ਵੀ ਨਾਲ ਆਈ, ਨਨਾਣ ਵੀ ਆਈ, ਆ ਵੀ ਦੋਵੇਂ ਜੀ ਆਏ ਨੇ, ਸਾਰੇ ਆਏ, ਮਿਲ ਕੇ ਚਲੇ ਗਏ ਨੇ। ਫਿਰ 8 ਦਿਨ ਹੋ ਗਏ ਨੇ, ਫਿਰ ਫੋਨ ਕੀਤਾ ਵੀ ਆ ਜਾਓ ਮਿਲ ਜਾਓ ਆਣ ਕੇ। ਫਿਰ 10-15 ਦਿਨ ਬਾਅਦ ਫਿਰ ਕੁੜੀ ਆਂਦੀ ਵੀ ਮੈਂ ਜਾਣਾ, ਤੇ ਫਿਰ ਨਹੀਂ ਆਉਣ ਦਿੱਤਾ ਹੈਗਾ। ਫਿਰ ਅਸੀਂ ਫੋਨ ਕੀਤਾ, ਬੱਚਿਆਂ ਨੂੰ ਬੁਖਾਰ ਲੱਗ ਪਿਆ ਚੜਨ, ਤੇ ਫਿਰ ਮੈਂ ਫੋਨ ਕੀਤਾ, ਫਿਰ ਆਏ ਨੇ। ਫਿਰ ਆਣ ਕੇ ਤੇ ਦੋਵੇਂ ਜੀ ਆਏ ਨੇ, ਮਿਲ ਕੇ ਤੇ ਚਲੇ ਗਏ ਨੇ ਫਿਰ ਆਣ ਕੇ। ਤੇ ਤੁਹਾਡੇ ਦਮਾਦ ਦਾ ਰਵੱਈਆ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਸੀ ਜਦੋਂ ਆਂਦਾ ਸੀ ਮਿਲਣ? ਕੋਈ ਰਵੱਈਆ ਨਹੀਂ ਪਤਾ ਲੱਗਦਾ ਹੈਗਾ ਉਹਦੇ ਰਵੱਈਏ ਦਾ ਸਾਨੂੰ। ਘੜੀ ਪਲ ਬਹਿੰਦਾ ਸੀ, ਤੁਰ ਜਾਂਦਾ ਸੀ, ਨਾ ਕੋਈ ਰਾਤ ਰਿਹਾ ਨਾ ਕੁਛ ਰਿਹਾ। ਪਹਿਲੀ ਬਸ ਇੱਕੋ ਦਿਨ ਰਾਤ ਰਿਹਾ, ਜਿੱਦਾਂ ਡੋਲੀ 'ਚ ਕੁੜੀ ਗਈ ਹੈ ਤੇ ਭੌਂ ਕੇ ਆਈ ਹੈ, ਬਸ ਇੱਕੋ ਰਾਤ ਰਿਹਾ, ਭੌਂ ਕੇ ਨਹੀਂ ਰਾਤ ਰਿਹਾ ਹੈਗਾ। ਅੱਛਾ, ਫਿਰ ਤੁਸੀਂ ਦੱਸਿਆ ਮੈਨੂੰ ਕਿ ਅਸੀਂ ਜਦੋਂ ਰਾਬਤਾ ਕਰਦੇ ਸੀ, ਫੋਨ ਕਰਦੇ ਸੀ, ਤੇ ਉਹ ਸਾਨੂੰ ਟਾਲ ਦਿੰਦੇ ਸੀ ਕਿ ਜੀ ਅਸੀਂ ਕਿਤੇ ਜਾ ਰਹੇ ਹਾਂ। ਉਹ ਕੀ ਵਜ੍ਹਾ ਸੀ, ਕਿਉਂ ਟਾਲਦੇ ਸੀ? ਪਤਾ ਨਹੀਂ ਕੀ ਵਜ੍ਹਾ ਸੀ। ਜਦੋਂ ਫੋਨ ਕਰਦੇ ਹਾਂ ਤਾਂ ਉਦੋਂ ਆਖ ਦਿੰਦੇ ਹਾਂ ਅਸੀਂ ਇੱਥੇ ਚੱਲੇ, ਅਸੀਂ ਖਤਮ ਤੇ ਚੱਲੇ ਹਾਂ। ਇੱਕ ਦਿਨ ਫੋਨ ਕੀਤਾ ਵੀ ਅਸੀਂ ਆਉਣਾ ਹੈ, ਕਹਿੰਦੇ ਅਸੀਂ 8:30 ਦਾ ਟਾਈਮ ਹੈ। ਫੋਨ ਕੀਤਾ ਤਾਂ ਅਸੀਂ ਖਤਮ ਤੇ ਚੱਲੇ। ਮੈਂ ਆਖਿਆ ਮੈਂ 8:30 ਵਜੇ ਕਿਤੇ ਖਤਮ ਹੁੰਦਾ? ਮੈਂ ਨਹੀਂ ਅਸੀਂ ਚੱਲੇ, ਘਰੋਂ ਨਿਕਲ ਚੱਲੇ, ਅਸੀਂ ਚੱਲੇ ਆ। ਮਾਂ ਜੀ ਤੁਸੀਂ ਨਹੀਂ ਸੀ ਜਾਂਦੇ ਵੀ ਆਪਣੀ ਬੇਟੀ ਨੂੰ ਮਿਲਣ? ਜਾਂਦੇ ਆ ਮਿਲਣ, ਜਾਂਦੇ ਆ ਬੇਟੀ ਨੂੰ ਮਿਲਣ, ਤੇ ਚਫੇਰੇ ਬਹਿ ਜਾਂਦੀ, ਇੱਕ ਪਾਸੇ ਸੱਸ ਬਹਿ ਜਾਂਦੀ, ਨਨਾਣ ਬਹਿ ਜਾਂਦੀ ਸੀ। ਬੰਦਾ ਸਾਹਮਣੇ ਬਹਿੰਦਾ, ਉਹ ਵਹਿੰਦੀ ਨਹੀਂ ਸੀ ਮੂੰਹ ਵਾਲੇ। ਉਹ ਚੁੱਪ ਤੁਹਾਨੂੰ ਮਹਿਸੂਸ ਨਹੀਂ ਸੀ ਹੁੰਦਾ ਕਿ ਇਹ ਕੀ ਵਜ੍ਹਾ, ਕਿਉਂ? ਆਪ ਆਂਦੇ ਹਾਂ ਵੀ ਇਹ ਤੁਸੀਂ, ਇਹ ਨਹੀਂ ਸਾਡੀ ਕੁੜੀ ਨਹੀਂ ਬੋਲਦੀ, ਤੁਸੀਂ ਵਿੱਚ ਬੋਲਦੇ ਜੇ। ਜਦੋਂ ਗੱਲਾਂ ਕਰਨੀਆਂ ਕੁੜੀ ਨੇ ਫੋਨ 'ਚ ਸਾਡੇ, ਫਿਰ ਗੱਲਾਂ ਆਪਣੇ ਕਰਨਾ। ਮੇਰੇ ਤੁਸੀਂ ਬੰਦੇ ਪਤਾ ਲੈਣ, ਬੰਦੇ ਨੂੰ ਬਹਾਰ ਚੜ ਕੇ ਪਤਾ ਲੈਣ ਨਹੀਂ ਆਏ। ਆ ਮੈਨੂੰ ਇੰਝ ਹੋ ਗਿਆ, ਤੁਸੀਂ ਪਤਾ ਲੈਣ ਨਹੀਂ ਆਏ। ਆ ਇੰਝ ਗੱਲ ਪਤਾ ਲੈਣ, ਜੇ ਸ਼ਬਰਾਤ ਲੈ ਗਏ ਆ ਤਾਂ ਵੀ ਸਾਡੀ ਧੀ ਨਾ ਅੱਗੇ ਕਰਕੇ ਸਾਡੀ ਬੀਤੀ ਤੇ ਸ਼ਬਰਾਤ ਲੈ ਕੇ 15-20 ਹਜ਼ਾਰ ਰੁਪਇਆ ਲਾ ਕੇ ਸ਼ਬਰਾਤ ਲੈ ਕੇ ਗਏ। ਉਹ ਮੇਜ਼ ਤੇ ਇੰਝ ਕਰਕੇ ਖਿਲਾਰੀ ਏ, ਤੂੰ ਆਪਣੇ ਭਾਈ ਨਾਲ ਬੋਲਣ ਡੈ ਪਈ ਏ। ਤੁਹਾਨੂੰ ਅੱਛਾ, ਜਿਸ ਦਿਨ ਲਿਆਉਂਦੀ ਮੈਂ ਤੈਨੂੰ ਆਖਿਆ ਪੁੱਤਰ, ਅਸੀਂ ਤੇ ਆਖਿਆ ਚਲ ਸ਼ਬਰਾਤ ਏ, ਤੇ ਮੈਂ ਆਖਿਆ ਚੱਲ ਲੈ ਕੇ ਜਾਣੇ ਧੀ ਦੀ। ਅਸੀਂ ਮਾਂ ਰਮਜ਼ਾਨ ਦਾ ਮਹੀਨਾ ਕੋ ਲਗਾ ਹੁੰਦਾ ਸੀ, ਮੋਮਨ ਹੋ ਗਿਆ ਅੱਲਾ ਦੇ ਘਰ 'ਚ ਮੈਂ ਹੋ ਕੇ ਆਈ। ਮੈਂ ਮੋਮਨ ਹੋ ਗਈ ਆ, ਤੇ ਮੈਂ ਤੁਸੀਂ ਚੱਲ ਮੋਮਨ ਹੋ ਜਾਓ, ਸੁਲਾ ਸਲੂਕ ਕਰ ਲਓ, ਗੁੱਸਾ ਗਿਲਾ ਦਿਹਾੜੀ 2-4 ਤੇ ਮਹੀਨਾ 2 ਮਹੀਨੇ ਹੁੰਦਾ ਹੈ। ਜਵਾਈ ਦੇ ਹੱਥ ਹੀ ਮੈਂ ਜੋੜੇ ਨੇ। ਮੈਂ ਪੁੱਤਰ ਤੇ ਕੋਈ ਗੱਲ, ਮਿਲੋ ਗਿਲੋ, ਤੁਸੀਂ ਆਂਦ ਮੇਰਾ ਪਤਾ ਲੈਣ ਆ, ਤੂੰ ਗੁੱਸਾ ਕਰਕੇ ਬਹਿ ਗਿਆ ਹੈ, ਤੇ ਪੁੱਤਰ ਮਿਲੋ ਗਿਲੋ ਆਣ ਕੇ। ਨਹੀਂ ਮਾਂ ਅਜੇ ਦੇਰ ਲੱਗਣੀ ਹੈ, ਮਾਂ ਹੀ ਦੇਰ ਲੱਗਣੀ ਹੈ। ਗੁੱਸਾ ਕਿਸ ਵਜ੍ਹਾ ਤੋਂ ਹੋਇਆ ਸੀ? ਇਹ ਮੇਰਾ ਪਤਾ ਲੈਣ ਆਏ, ਕੁੜੀ ਨੂੰ ਪਤਾ ਦਿੰਦੇ ਹਾਂ, ਲੈ ਤੇਰਾ ਬੰਦਾ ਬਿਮਾਰ ਹੋ ਗਿਆ, ਪਤਾ ਲੈਣ ਤੇ ਰੀਦ ਲੈ ਤੁਹਾਨੂੰ ਕੋਈ ਕੈਂਸਰ ਦਾ ਮਰੀਜ਼ ਸੀ? ਖਰੇ ਹੁਣ ਤੁਸੀਂ ਪਤਾ ਲੈਣ ਸੀ? ਬਿਮਾਰੀ ਸੀ, ਬਹਾਰ ਤੇ ਬਹਾਰ ਸਾਰੇ ਚੜ ਜਾਂਦਾ, ਬਹਾਰ ਚੜਦੇ ਆਏ, ਬਹਾਰ ਸਾਨੂੰ ਵੀ ਚੜਦਾ, ਸੋਨਾ ਚੜਦਾ। ਮੇਰਾ ਬਲੱਡ ਇੰਨਾ ਕੁ ਵੱਧ ਗਿਆ, ਮੇਰੀ ਧੀ ਨੇ ਹਸਪਤਾਲੋਂ ਲੈ ਕੇ ਮੇਰਾ ਪੁੱਤਰ ਲਗਾ ਫੋਨ ਕੀਤਾ, ਕਹਿੰਦੀ ਮੇਰਾ ਬੰਦਾ ਬਿਮਾਰ ਹੈ। ਅਸੀਂ ਮਾਂ ਜੀ, ਕੋਈ ਬੱਚੀ ਨੂੰ ਸ਼ਾਦੀ ਤੋਂ ਬਾਅਦ ਕੋਈ ਮਾਰਨਾ ਮੋਰਨਾ ਵੀ ਕੋਈ ਇਸ ਤਰ੍ਹਾਂ ਦਾ ਕੋਈ ਹੋਇਆ ਸੀ ਕੰਮ? ਆਹੋ ਮਾਰਿਆ ਮੂਰਾ, ਤਾਜੀ ਪ੍ਰੈਸ਼ਰ ਪਾਇਆ, ਤਾਜੀ ਫਿਰ ਇਸ ਤਰ੍ਹਾਂ ਮਗਰ ਲੱਗ ਗਈ ਨਾ, ਡਰਾਵਾ ਦਿੰਦੇ ਰਹੇ ਨੇ। ਇੱਕ ਵਾਰ ਮੈਂ ਸੁਣਿਆ ਵੀ ਪਿਸਤੌਲ ਲੈ ਕੇ ਆਪਣੇ ਆਪ ਨੂੰ ਲੱਗਾ ਸੀ ਮਾਰਨ, ਜੇ ਤੂੰ ਗਈਓ ਤੇ ਤੈਨੂੰ ਮਾਰ ਦਿਆਂ ਤੇ ਮੈਂ ਹੀ ਮਰ ਜਾਣਾ ਮੈਂ। ਅੱਛਾ, ਜਿਸ ਦਿਨ ਇਹ ਤੁਹਾਨੂੰ ਪਤਾ ਚੱਲਿਆ ਕਿ ਤੁਹਾਡੀ ਬੇਟੀ ਦੀ ਇਹ ਹਾਲਤ ਹੋ ਗਈ ਹੈ, ਜਿਹੜੀ ਕਿ ਮੈਂ ਯਕੀਨ ਕਰੋ ਕਿ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ ਵੀ, ਉਸ ਦਿਨ ਤੁਹਾਨੂੰ ਕਿਹਨੇ ਦੱਸਿਆ ਸੀ? ਤੇ ਜਦੋਂ ਤੁਸੀਂ ਗਏ ਸੀ ਹਸਪੀਟਲ ਦੇ ਵਿੱਚ ਜਾਂ ਉਹਦੇ ਸਸੁਰਾਲ ਦੇ ਵਿੱਚ, ਕਿੱਥੇ ਤੁਹਾਨੂੰ ਉਹ ਬੱਚੀ ਮਿਲੀ ਸੀ? ਦੱਸਣ ਤਾਂ ਲੱਗੀ ਪੁੱਤਰ ਮੇਰਾ, ਪਹਿਲੋਂ ਫੋਨ ਆਇਆ ਮੇਰੇ ਪੁੱਤਰ ਨੂੰ, ਮੇਰਾ ਪੁੱਤਰ ਚਲਾ ਗਿਆ, ਮੈਨੂੰ ਦੱਸਿਆ ਨਹੀਂ ਹੈਗਾ, ਰਾਤ ਨੂੰ ਚਲਾ ਗਿਆ 12 ਵਜੇ ਕਰਕੇ, 1 ਵਜੇ 2 ਵਜੇ ਕੀ ਪਤਾ ਕਿ ਹੁਣ ਮਾਂ ਮੇਰੇ ਬਲੱਡ ਦੱਸਿਆ, ਤੇ ਮਾਂ ਮੇਰੇ ਫਰਕਣ ਡੈ ਪੈਂਦੀ, ਜਰਾ ਕੁ ਟਾਈਮ 'ਚ ਮੈਂ ਫਰਕਣ ਡਿਆ, ਬਲੱਡ ਮੇਰਾ ਤੇਜ਼ ਹੋ ਜਾਂਦਾ, ਮੇਰਾ 180 200 250 ਹੋ ਜਾਂਦਾ ਮੇਰਾ। ਉਹੋ ਜਿਹੀ ਟੈਨਸ਼ਨ ਲੈ ਕੇ ਮੈਂ ਉਹਦੀ ਬਿਮਾਰ ਹੋਈ ਹਾਂ। ਮੈਂ ਤੇ ਉਹਨੇ ਮੈਨੂੰ ਨਹੀਂ ਦੱਸਿਆ, ਚਲਾ ਗਿਆ ਵੀ ਘਰੇ ਥੋੜੀ ਬਹੁਤੀ ਠੀਕ ਨਹੀਂ ਹੈਗੀ, ਹਸਪੀਟਲ ਲੈ ਗਏ ਨੇ, ਜਾ ਕੇ ਵੇਖਿਆ ਸੀ ਭੈਣ ਦੀ ਹਾਲਤ ਤੇ ਬਹੁਤ ਹੀ ਖਰਾਬ ਹਾਲਤ ਹੋਈ ਹੈ। ਉਹਨੇ ਤੇ ਪੁੱਤਰ ਨੇ ਇੰਨਾ ਚਿਹਰਾ ਹੀ ਵੇਖਿਆ ਤੇ ਖੇਸ ਦਿੱਤਾ ਥੱਲੇ, ਕਿਹੜਾ ਨੇ ਵੇਖਿਆ ਉਹਨੇ ਜਾ ਕੇ। ਹੁਣ ਆਖਣ ਲੱਗੇ ਖੂਨ ਚਾਹੀਦਾ, ਇਹਦੀ ਸ਼ੂਗਰ ਫ੍ਰੀ ਹੋ ਗਈ, ਇਹਦਾ ਟਾਈਮ ਤੇ ਜ਼ਿੰਦਾ ਸੀ ਬੱਚੀ? ਅੱਖਾਂ ਹੀ ਮਾੜੇ ਮਾੜੇ ਫੇਰਦੀ ਸੀ ਤੇ ਪਕਾਨਾ ਲੱਗਾ ਸੀ। ਅੱਛਾ ਮਾਂ ਜੀ, ਉਹਦੇ ਜਿਸਮ ਤੇ ਨਿਸ਼ਾਨ ਸੀ, ਸਿਰ ਦੇ ਵਾਲ ਉਹਦੇ ਜਿਹੜੇ ਹੈਗੇ ਨਾ ਕੱਟੇ ਸੀ, ਇਹ ਕਿਸ ਚੀਜ਼ ਦੇ ਨਿਸ਼ਾਨ ਸੀ? ਜਾ ਕੇ ਸਿਰ ਤੇ ਪਿਆਰ ਦਿੱਤਾ, ਧੀ ਦਾ ਮੂੰਹ ਸਿਰ ਚੁੰਮਿਆ, ਮੂੰਹ ਨੂੰ ਹੱਥ ਲਾਇਆ, ਨੀ ਧੀਏ ਤੈਨੂੰ ਕੀ ਹੋਇਆ, ਨੀ ਕੀ ਇਹਨੂੰ ਕੀਤਾ ਜੇ, ਮੇਰੀ ਧੀ ਨੂੰ ਕੀ ਕੀਤਾ ਜੇ, ਅਸਾਂ ਕੀ ਕਰਨਾ ਸੀ, ਅਸਾਂ ਕੀ ਕਰਨਾ, ਹੁਣ ਤੇ ਧੀ ਸਹੀ ਹੋ ਜਾਏਗੀ ਤੇ ਧੀ ਤੇ ਨਾਲ ਗੱਲਾਂ ਕਰੇਗੀ। ਮੈਂ ਸੋਰੀਏ ਕਹਿ ਰਹੇ ਸੀ ਸੱਸ ਤੇ ਨਨਾਣ ਉਹਦੀ ਕਹਿਣ ਡਿਆ ਵੀ ਹੁਣ ਤੇ ਧੀ ਸਹੀ ਹੋਵੇਗੀ, ਲੋਕੀ ਗੱਲਾਂ ਲਾਪੇ ਦੱਸੇਗੀ, ਜੋ ਹੋਇਆ ਦੱਸੇਗੀ। ਲੈ ਇਹਨੇ ਆਪੇ ਹੀ ਲੱਤਾਂ ਧੋਤੀਆਂ ਤੇਜ਼ਾਬ ਪਾ ਕੇ, ਤੇ ਲੱਤਾਂ ਇਸ ਤਰ੍ਹਾਂ ਹੋ ਗਈਆਂ ਇਹਦੀਆਂ। ਮੈਂ ਜਲਾ ਕੇ ਪਜਾਮਾ ਤਾਂ ਵੇਖਿਆ, ਲੱਤਾਂ ਇੱਥੇ ਚਰਗਲ ਪੈ ਗਲੀਆਂ, ਲੱਤਾਂ ਹੈ ਇੱਕੋ ਦਿਨ ਚ ਲੱਤਾਂ ਇਸ ਤਰ੍ਹਾਂ ਹੋ ਜਾਣੀਆਂ ਇਹਦੀਆਂ। ਜਿਹੜੇ ਵਾਲ ਕੱਟੇ ਸੀ ਇਹ ਕਿਸ ਚੀਜ਼ ਦੇ ਨਾਲ ਕੱਟੇ ਸੀ? ਵਾਲ ਉਹ ਕੀ ਇਥੋਂ ਪੱਕ ਗਏ ਤਾਂ ਵਾਲ ਕੱਟ ਦਿੱਤੇ ਹਨ ਉਹਦੇ।
ਇਹ ਜਿਸਮ ਤੇ ਜਿਹੜੇ ਹਿੱਸੇ ਤੇ ਨਿਸ਼ਾਨ ਸੀ ਨਿਸ਼ਾਨ ਸਾਰੇ ਪਏ ਨੇ। ਇਹ ਕੀ ਆਪੇ ਉਹਨੇ ਖਿੰਗਰ ਮਾਰਿਆ ਤੇ ਨਿਸ਼ਾਨ ਪੈ ਗਏ ਨੇ। ਮੇਰੇ ਨਾਲ ਤੇ ਇਸ ਤਰ੍ਹਾਂ ਆ ਬਿਆਨ ਸਾਡੇ ਨਾਲ ਕਰਦੇ ਰਹੇ ਨੇ ਕਿ ਖਿੰਗਰ ਮਾਰ ਤੇ ਨਿਸ਼ਾਨ ਪੈ ਗਏ ਨੇ। ਹੁਣ ਤੁਸੀਂ ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ? ਕੰਨ ਤੇ ਕੀੜੀ ਲੜੀ ਤੇ ਕੰਨ ਕੀੜੀ ਲੜਿਆ ਅਸਰਾ ਹੋ ਜਾਂਦਾ, ਇਕੱਠਾ ਹੋ ਜਾਂਦਾ ਕੰਨ ਕੀੜੀ ਲੜਿਆ। ਕਿੰਨੇ ਕਿੰਨੇ ਮਾਰਿਆ ਹੋਏਗਾ? ਉਹਨਾਂ ਤਿੰਨਾਂ ਚੌਂ ਜੀਆਂ ਨੇ ਮਾਰਿਆ ਮੇਰੀ ਧੀ ਨੂੰ। ਤਿੰਨਾਂ ਚੀਆਂ ਮੇਰੀ ਧੀ ਦਾ ਗੁੱਟ ਵੀ ਟੁੱਟਾ ਹੈ, ਉਂਗਲ ਵੀ ਟੁੱਟੀ ਹੈ। ਬਾਹਰ ਇੱਥੇ ਬੜੇ ਚਰਗਲ ਪਏ ਹਨ ਪਿਛਲੇ ਪਾਸੇ ਸੇ ਤੇ ਉਹ ਗੁਸਲ ਦੇਣ ਲੱਗਾ ਸਾ ਵੇਖੇ ਨਾ ਸਾ ਕਿਹੜੇ ਉੱਥੇ ਹਸਪਤਾਲ ਵੇਖੇ ਨਾ ਹਾਂ ਜਿਹਦੇ ਇੱਥੇ ਕੱਪੜੇ ਲਾਏ ਗੁਸਲ ਦੇਣ ਲੱਗਾ ਉਹਦਾ ਵੇਖੇ ਨਾ ਹਾਂ। ਤੁਸੀਂ ਹੁਣ ਕੀ ਚਾਹੁੰਦੇ ਹੋ ਕਿ ਕੀ ਹੋਣਾ ਚਾਹੀਦਾ? ਮਾਰ ਕੇ ਸਾਰੇ ਬੀਬੀਆਂ ਚੀਕਾਂ ਮਾਰ ਕੇ ਹਾਲੋ ਬਿਹਾਲ ਬੇਹੋਸ਼ ਹੋ ਗਿਆ ਚੀਕਾਂ ਮਾਰ ਮਾਰ ਕੇ। ਇੰਨਾ ਜ਼ੁਲਮ ਕੀਤਾ ਸੀ? ਜ਼ੁਲਮ ਕੀਤਾ ਮੇਰੀ ਬੇਟੀ ਦੇ ਨਾਲ। ਮੈਨੂੰ ਇਨਸਾਫ ਚਾਹੀਦਾ। ਮੈਨੂੰ ਫਾਂਸੀ ਹੈ, ਫਾਂਸੀ ਦੇਣੇ ਚਾਹੀਦੇ। ਚਾਰੇ ਜੀ ਫਾਹੇ ਦੇਣੇ ਚਾਹੀਦੇ ਨੇ। ਇਹ ਚਾਰੇ ਜੀ ਫਾਹੇ ਦੇਣੇ ਚਾਹੀਦੇ। ਫਾਂਸੀ ਚੰਡ ਫਾਂਸੀ ਮੈਂ 7 ਰੱਖਾਂਗੀ, ਮੈਂ 100 ਵੀ ਆਖਾਂਗੀ। ਮੈਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ? ਕੋਈ ਨਹੀਂ ਕੀਤਾ, ਗਿਆ ਰਿੱਟ ਕੀਤੀ, ਤਾਲੇ ਮਾਰ ਕੇ ਨਿਕਲ ਗਿਆ ਘਰੋਂ। ਕੋਈ ਨਹੀਂ गिरफ्तार किया है। कोई भी नहीं गिरफ्तार हुआ? पुलिस सुनती पई, कोई नहीं सुनती पई पुलिस साडी दवाई खड़ा दी कोई नहीं सुनती पई। नाज़रीन किराम यकीन करें कि ये आपने सारी माँ जी की गुफ्तगू सुनी है कि वो यतीम बच्ची जिसके साथ जुल्म की इंतहा की गई है। यकीन करें कि अगर आप लोग वो तस्वीरें देखना चाहते हैं तो आप मेरे साथ पर्सनल में रब्ता करें, मैं आपको वो व्हाट्सएप तस्वीरें दिखाऊंगा। और मैं ये मेरी अपील है आप लोगों से कि खुदारा इन बेटियों के लिए आवाज़ उठाएं जिन बेटियों को बेदर्दी के साथ कत्ल कर दिया जाता है। उस बेटी को, जिस बेटी के माँ बाप ने, बहन भाइयों ने उनकी तमाम ख्वाहिशात के मुताबिक उन्हें जहेज़ का सामान दिया, उस जालिम दरिंदे को मोटरसाइकिल दी, लेकिन उन्होंने बदले में क्या दिया? उस मासूम सी बच्ची के साथ जो जुल्म की इंतहा की आप अंदाज़ा नहीं लगा सकते, मैं एक्सप्लेन नहीं कर सकता, मैं बता नहीं सकता। लेकिन जिन लोगों ने उस बच्ची को जब गुस्ल दिया था, उसके जिस्म के हिस्सों पर जो निशान थे, जो उसके जिस्म को उन लोगों ने नोचा था, तशद्दुद किया था, वो लोग किस तरह से उन्होंने देखा और फिर जैसे ये हालात देखे तो पूरा गांव जो है वो चीखने चलाने लग गया। आपसे गुजारिश है कि इन लोगों को इंसाफ दिलाया जाए। पुलिस के आला हुकाम से ये गुजारिश है कि इन जालिमों को फौरी गिरफ्तार करके इबरत का निशान बनाया जाए। मजीद बाकी अफराद भी हैं, उनसे भी बात करते हैं, उनसे जानते हैं कि उन लोगों ने जब बच्ची के हालात देखे तो क्या हालात थे, उस बॉडी के हालात क्या थे, किस तरह से जिस्म पर निशानात थे, क्या क्या जुल्म किया था, ये उन्हीं की ज़ुबानी जानते हैं।